ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਅਤੇ ਵਿੱਤ ਮੰਤਰੀ ਸਾਹਿਬ ਪੰਜਾਬ ਅਤੇ ਮਾਨਯੋਗ DGP ਸਾਹਿਬ ਪੰਜਾਬ, ਮੈਂ ਆਪ ਜੀ ਨੂੰ ਇਸ ਅਪੀਲ ਰਾਹੀਂ ਬੇਨਤੀ ਕਰਦਾ ਹਾਂ ਕਿ IT ਅਤੇ T ਵਿੰਗ ਪੰਜਾਬ ਪੁਲਿਸ ਵਿੱਚ ਚੱਲ ਰਹੇ ਨਿਰੰਤਰ ਫਰਾਡ ਨੂੰ ਅਗਰ ਜੇ ਨਾ ਰੋਕਿਆ ਗਿਆ ਹੈ ਤਾਂ ਇਹ ਕੁਝ ਹੀ ਸਮੇਂ ਵਿੱਚ 100 ਕਰੋੜ ਤੋਂ ਪਾਰ ਕਰ ਜਾਵੇਗਾ। ਹੋ ਸਕਦਾ ਇਹ ਪਾਰ ਕਰ ਗਿਆ ਹੋਵੇ, ਜੋ ਨਿਰੰਤਰ ਜਾਰੀ ਹੈ। ਇਹ ਫਰਾਡ ਜੋ ਅਮਲਾ ਸ਼ਾਖਾ IT ਅਤੇ T ਵਿੰਗ ਪੰਜਾਬ ਪੁਲਿਸ ਵੱਲੋਂ ਤਿਆਰ ਕੀਤਾ ਗਿਆ ਹੈ, ਇਹ ਕਾਨੂੰਨ ਤੋਂ ਉਲਟ ਜਾ ਕੇ ਜਾਲੀ ਭਰਤੀ ਕਰਨਾ, ਕਾਨੂੰਨ ਤੋਂ ਉਲਟ ਜਾ ਕੇ ਜਾਲੀ ਟ੍ਰੇਨਿੰਗ ਕਰਨਾ, ਰਿਕਾਰਡ ਦੀ ਭੰਨ ਤੋੜ ਕਰਨਾ, ਸਰਕਾਰੀ ਹਲਫੀਆ ਬਿਆਨ 1999 ਤੋਂ ਜੋ ਮਾਨਯੋਗ ਹਾਈ ਕੋਰਟ ਵਿੱਚ ਦਿੱਤਾ ਗਿਆ ਸੀ ਉਸ ਤੋਂ ਉਲਟ ਰਿਕਾਰਡ ਤਿਆਰ ਕੀਤਾ ਗਿਆ। ਇੱਥੇ ਹੀ ਬਸ ਨਹੀਂ, ਜੋ ਸਰਕਾਰੀ ਹੁਕਮ 3115-20 ਜਾਰੀ ਹੋਇਆ ਸੀ 2006 ਦੇ ਵਿੱਚ, ਇਸ ਦਾ ਗਲਤ ਉਲੱਥਾ ਕਰਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਕਾਨੂੰਨ ਤੋਂ ਉਲਟ ਜਾ ਕੇ ਜਿਹੜੀ ਭਰਤੀ ਕੀਤੀ ਗਈ ਹੈ ਇਹ 28/2/2003 ਜੋ ਪੰਜਾਬ ਸਰਕਾਰ ਦਾ ਗਜ਼ਟ ਨੋਟੀਫਿਕੇਸ਼ਨ ਅਤੇ ਪੁਲਿਸ ਐਕਟ 1934 ਵਿੱਚ ਸੋਧ ਕੀਤੀ ਗਈ 28/2/2003 ਦੀ ਘੋਰ ਉਲੰਘਣਾ ਕਰਕੇ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਈਆ ਹਰੇਕ ਸਾਲ ਲਾਇਆ ਜਾ ਰਿਹਾ ਹੈ। ਇਹ ਜਾਲੀ ਭਰਤੀ ਦਾ ਰਿਕਾਰਡ ਅਮਲਾ ਸ਼ਾਖਾ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਜੋ ਵੀ ਐਫੀਡੈਵਿਟ LA ਬ੍ਰਾਂਚ ਵੱਲੋਂ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਵਿੱਚ ਦਾਖਲ ਕੀਤੇ ਜਾਂਦੇ ਹਨ, ਜੋ ਇਹ ਰਿਕਾਰਡ ਗਲਤ ਪੇਸ਼ ਕੀਤਾ ਜਾਂਦਾ ਹੈ, ਇਹ ਰੂਮ ਨੰਬਰ 110 ਨੰਬਰ ਵਿੱਚ ਜੋ ਅਧਿਕਾਰੀ ਲੱਗਾ ਹੈ ਉਸ ਦੇ ਰਾਹੀਂ ਅੱਗੇ ਜਾਂਦਾ ਹੈ। ਇਹ ਇੱਕ ਮਿਲੀ ਭੁਗਤ ਦਾ ਨਤੀਜਾ ਹੈ। ਵਰਣਨਯੋਗ ਗੱਲ ਇਹ ਹੈ ਕਿ ਜਿਹੜੇ ਕਰਮਚਾਰੀਆਂ ਨੇ ਸੁਨੀਲ ਕੁਮਾਰ, ਹਰਦੇਵ ਸਿੰਘ 915 ਤੇ ਤਰਸੇਮ ਲਾਲ 2017 ਜੋ ਇਸ ਰਿਕਾਰਡ ਨੂੰ ਸਹੀ ਦੱਸਣ ਵਾਲੇ ਹਨ ਅਤੇ ਜੋ ਮਨਤੀਰ ਸਿੰਘ ਦੀ ਹਾਜ਼ਰੀ ਵਿੱਚ ਤਿਆਰ ਕੀਤਾ ਗਿਆ ਹੈ, ਇਹ ਬਿਲਕੁਲ ਗਲਤ ਅਤੇ ਫੇਕ ਝੂਠਾ ਰਿਕਾਰਡ ਹੈ। ਇਹ ਰਿਕਾਰਡ ਸੁਨੀਲ ਕੁਮਾਰ ਨੇ ਇੱਕ ਪਟੀਸ਼ਨ ਪਾਈ ਸੀ 1998 ਦੇ ਵਿੱਚ, ਉਸ ਦੇ ਜਵਾਬ ਵਿੱਚ 1999 ਵਿੱਚ ਇਸੇ ਇੱਥੇ ਇਸ ਦਫ਼ਤਰ ਦੇ ਲੱਗੇ SP ਸਾਹਿਬ ਵੱਲੋਂ ਸਰਕਾਰ ਰਾਹੀਂ ਇਹ ਐਫੀਡੈਵਿਟ ਦਿੱਤਾ ਗਿਆ ਸੀ ਕਿ ਸੁਨੀਲ ਕੁਮਾਰ ਅਤੇ ਇਹਨਾਂ ਦੇ ਸਾਥੀ ਕਿਸੇ ਵੀ ਲਾਭ ਲੈਣ ਦੇ ਯੋਗ ਨਹੀਂ ਹਨ। ਇਹਨਾਂ ਨੇ SP ਮਨਤੀਰ ਸਿੰਘ ਨਾਲ ਮਿਲੀ ਭੁਗਤ ਨਾਲ OSI ਬਰਾਂਦ ਵਿੱਚ ਲੱਗ ਕੇ ਬਤੌਰ ਪਟੀਸ਼ਨਰ ਹੁੰਦਿਆਂ ਹੋਇਆਂ ਤੇ ਹਰਦੇਵ ਸਿੰਘ ਨੇ ਰੀਡਰ ADGP ਅਤੇ ਵਾਰੋ-ਵਾਰੀ ਇਸ ਦਫ਼ਤਰ ਦੀ ਪੋਸਟਾਂ ਬਦਲਦੇ ਰਹੇ। ਇਹਨਾਂ ਨੇ ਲੱਗ ਕੇ ਸਮੁੱਚੇ ਵਿੰਗ ਦਾ ਰਿਕਾਰਡ ਜੋ ਕਿ 3000 ਦੇ ਕਰੀਬ ਨਵੇਂ ਦਸਤਾਵੇਜ਼ਾਂ ਦੇ ਉੱਪਰ ਤਿਆਰ ਕੀਤਾ ਗਿਆ, ਸਮੁੱਚੀ ਟ੍ਰੇਨਿੰਗ ਜੋ ਮੋਹਾਲੀ ਵਿਖੇ ਕੀਤੀ ਕਰਮਚਾਰੀ ਨੂੰ ਕਰਾਈ ਗਈ ਸੀ, ਉਹਦਾ ਨਵੇਂ ਦਸਤਾਵੇਜ਼ਾਂ ਦੇ ਉੱਪਰ ਰਿਕਾਰਡ ਤਿਆਰ ਕੀਤਾ ਗਿਆ ਹੈ। ਇਹ ਇਤਿਹਾਸ ਲੰਬਾ ਹੈ, ਇਹਦੇ ਬਹੁਤ ਹੀ ਕੁਝ ਇਹ ਜੋ ਤਿਆਰ ਕੀਤਾ ਹੈ ਰਿਕਾਰਡ ਦੇਖਣ ਨੂੰ ਮਿਲਦਾ ਹੈ ਕਿ ਕਿਵੇਂ ਜਾਲੀ ਦਸਤਾਵੇਜ਼ਾਂ ਦੇ ਉੱਪਰ ਤਿਆਰ ਕੀਤਾ ਗਿਆ ਹੈ। ਇਸ ਰਿਕਾਰਡ ਤਿਆਰ ਕਰਨ ਦੇ ਨਾਲ ਇੱਕ ਕਰਮਚਾਰੀ ਜੋ ਮੌਜੂਦਾ ਇਸ ਦਫ਼ਤਰ ਦੇ ਵਿੱਚ ਪ੍ਰਚਲਿਤ ਹੈ, ਇੱਕ ਕਰਮਚਾਰੀ ਇੱਕ ਪੋਸਟ ਤੇ 2 ਤਨਖਾਹਾਂ ਲੈ ਰਿਹਾ ਹੈ ਤੇ ਨੰਬਰ 2 ਇੱਥੇ ਹੀ ਬਸ ਨਹੀਂ, 2 ਕਰਮਚਾਰੀ ਇੱਕ ਪੋਸਟ ਤੇ 2 ਵਾਰੀ ਲਾਭ ਰਹੇ ਹਨ। ਕਿਵੇਂ? ਜਿਹੜੇ ਕਰਮਚਾਰੀਆਂ ਨੂੰ ਜਾਲੀ ਭਰਤੀ ਕੀਤਾ ਗਿਆ ਹੈ ਉਹ ਇੱਕ ਪੋਸਟ ਤੇ 2 ਤਨਖਾਹਾਂ ਲੈ ਰਹੇ ਹਨ, 2 ਲਾਭ ਲੈ ਰਹੇ ਹਨ ਤੇ ਇਹਨਾਂ ਦੇ ਆਧਾਰ ਤੇ ਦੂਜੇ ਕਰਮਚਾਰੀ ਲਾਭ ਲੈ ਰਹੇ ਹਨ। ਜਿਹੜੇ ਕਰਮਚਾਰੀਆਂ ਨੂੰ ਜਿਹੜੇ ਪੈਨਸ਼ਨ ਜਾ ਚੁੱਕੇ ਹਨ, ਮਰ ਚੁੱਕੇ ਹਨ, ਉਹਨਾਂ ਨੂੰ ਕਾਗਜ਼ਾਂ ਵਿੱਚ ਕਾਂਸਟੇਬਲ ਦਿਖਾ ਦਿੱਤਾ ਗਿਆ ਹੈ ਜੋ ਕਿ ਪਹਿਲਾਂ ਹੀ ਆਪਣੇ ਪਾਦੂਨਤੀ ਲਾਭ, ਆਪਣੇ ਕੋਰਸਾਂ ਦਾ ਲਾਭ, ਆਪਣੀ ਲੈਂਥ ਆਫ ਸਰਵਿਸ ਦਾ ਲਾਭ ਨਾਲ ਆਪਣੀ ਉਹ ਪੈਨਸ਼ਨ ਤੇ ਗਏ, ਰਿਟਾਇਰਮੈਂਟ ਤੇ ਗਏ ਹਨ। ਉਹਨਾਂ ਨੂੰ ਪਿੱਛੋਂ ਉਹ ਦਫ਼ਤਰ ਵਿੱਚ ਰਿਕਾਰਡ ਤਬਦੀਲ ਕਰਕੇ ਕਾਂਸਟੇਬਲ ਛੋਟੇ ਰੈਂਕਾਂ ਦੇ ਵਿੱਚ ਤਬਦੀਲ ਉਹਨਾਂ ਦੀ ਪੋਸਟਾਂ ਕ੍ਰੀਏਟ ਕਰ ਲਈਆਂ ਗਈਆਂ ਤੇ ਉਹਨਾਂ ਪੋਸਟਾਂ ਤੇ ਆਪ ਕਾਬਜ਼ ਹੋ ਗਏ। ਇਸ ਤਰ੍ਹਾਂ ਇੱਕ ਪੋਸਟ 2 ਲਾਭ 2 ਕਰਮਚਾਰੀ। ਇਹ ਕਰਮਚਾਰੀ ਸੁਨੀਲ ਕੁਮਾਰ ਅਤੇ ਇਹਦੇ ਸਾਥੀ ਜਿਨ੍ਹਾਂ ਨੇ 2000 ਹੁਣ ਜਾਣੀ ਕਿ ਹੁਣ ਜਦੋਂ ਪੈਨਸ਼ਨ ਜਾਣਗੇ, ਇਹਨਾਂ ਨੇ ਜੋ 7-7-8 ਨੂੰ ਇਹਨਾਂ ਦੀਆਂ ਤਰੱਕੀਆਂ ਹੋਈਆਂ ਸੀ ਉਸ ਹਿਸਾਬ ਨਾਲ ਇਹਨਾਂ ਨੇ ਉਸ ਗ੍ਰੇਡ ਦੇ ਵਿੱਚ ਪੈਨਸ਼ਨ ਜਾਣਾ ਸੀ। ਹੁਣ ਇਹ ਕਰਮਚਾਰੀ 1994 ਤੋਂ ਸਬ ਇੰਸਪੈਕਟਰ ਪਿੱਛੇ ਤੋਂ ਡੀਮ ਡੇਟਾਂ ਸਰਕਾਰ ਦੇ ਕੋਈ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਨੇ 1994 ਤੋਂ ਆਪਣੇ ਸਬ ਇੰਸਪੈਕਟਰ ਦੀਆਂ ਡੇਟਾਂ ਲੈ ਲਈਆਂ ਹਨ
ਹੁਣ ਕਿੰਨੀ ਵਾਰ ਗ੍ਰੇਡ ਰਿਵਾਈਜ਼ ਹੋ ਚੁੱਕੇ ਹਨ ਤੇ ਉਸ ਲਾਭ ਕਿੰਨੀ ਵਾਰ ਲੈਣਗੇ, ਇਹਦਾ ਅੰਦਾਜ਼ਾ ਲਾਉਣਾ ਇਹਦਾ ਅਨਲਿਮਟਿਡ ਜਿਹੜਾ ਫਰਾਡ ਸਾਬਤ ਹੋਵੇਗਾ। ਇਹ ਕੋਈ ਫਾਈਨੈਂਸ਼ੀਅਲ ਅਧਿਕਾਰੀ ਹੀ ਆਪਣੀ ਹਾਜ਼ਰੀ ਵਿੱਚ ਇਸ ਦੀ ਤਸਦੀਕ ਕਰੇ ਤਾਂ ਇਹ ਸਾਰਾ ਫਰਾਡ ਸਾਹਮਣੇ ਆ ਜਾਵੇਗਾ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਹ ਬੈਂਕ ਪਹਿਲਾਂ ਹੀ ਜਾਲੀ ਰਿਕਾਰਡ ਬਣਾਉਣ ਦੇ ਸਮਰੱਥ ਹੈ। ਇਹਨਾਂ ਕਰਮਚਾਰੀਆਂ ਇਹ ਰਿਕਾਰਡ ਜੋ ਮੋਹਾਲੀ ਵਿੱਚ ਚੋਰੀ ਦਾ ਮੋਹਾਲੀ ਵਿੱਚ ਮੁਕੱਦਮਾ ਦਰਜ ਹੋਇਆ ਹੈ ਫਰਾਡ ਜੋ ਜਾਲੀ ਭਰਤੀ ਕਰਨ ਦਾ, ਇਸ ਬੈਂਕ ਵਿੱਚ ਤਾਂ ਪਹਿਲੇ ਹੀ ਜਾਲੀ ਭਰਤੀ ਹੋ ਰਹੀ ਹੈ। ਨੰਬਰ 2, ਇੱਕ ਮੁਕੱਦਮਾ ਸੈਕਟਰ 3 ਨੰਬਰ ਚੋਰੀ ਦਾ ਹੋਇਆ ਹੈ। ਉਹ ਚੋਰੀ ਦੇ ਮੁਕੱਦਮੇ ਨਾਲ ਸਰਕਾਰ ਨੂੰ ਕੀ ਇਫੈਕਟਡ ਹੋਇਆ ਇਹਦੇ ਬਾਰੇ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ। ਜਿਹਦੇ ਕੋਈ ਚੀਜ਼ ਇਫੈਕਟਡ ਹੁੰਦੀ ਹੈ ਤਦੇ ਹੀ ਮੁਕੱਦਮਾ ਦਰਜ ਕਰਾਇਆ ਜਾਂਦਾ ਹੈ। ਸੋ ਇਸ ਜਾਲੀ ਭਰਤੀ ਜਿਹੜੇ ਕਰਮਚਾਰੀਆਂ ਨੇ ਸੁਨੀਲ ਕੁਮਾਰ ਅਤੇ ਸਾਥੀਆਂ ਨੇ OSI ਦੇ ਵਿੱਚ ਆਪਣੀ ਕੁਰਸੀਆਂ ਤੇ ਅਹੁਦਿਆਂ ਦੀ ਨਜਾਇਜ਼ ਵਰਤੋਂ ਕਰਕੇ ਮਨਤੀਰ ਸਿੰਘ ਦੀ ਹਾਜ਼ਰੀ ਦੇ ਵਿੱਚ ਇਹ ਰਿਕਾਰਡ ਤਿਆਰ ਕੀਤਾ ਗਿਆ ਨੇ, ਕਿਸੇ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਕਿ ਉਹ ਆਪਣਾ ਇਹਦਾ ਰਿਕਾਰਡ ਤਿਆਰ ਕਰ ਲਵੇ। ਕਿਸੇ ਦੀ ਸਰਵਿਸ ਬੁੱਕ ਨੂੰ ਹੱਥ ਵੀ ਲਾਉਣਾ ਇੱਕ ਗੁਨਾਹ ਹੈ। ਇੱਥੇ ਤਾਂ ਸਰਵਿਸ ਬੁੱਕਾਂ ਵਿੱਚ ਉੱਚ ਅਧਿਕਾਰੀਆਂ ਦੇ ਸਾਈਨ ਕੀਤੇ ਹੋਏ ਹਨ। ਜਿਵੇਂ ਅੱਜ ਕੱਲ੍ਹ ਜੋ ਪਹਿਲਾਂ ਹੁਣ ਤਾਂ ਮੈਨੂੰ ਉਹਦੇ ਦਾ ਪਤਾ ਨਹੀਂ ਹੈ, IGP ਇੱਥੇ IPS ਪ੍ਰਬੋਧ ਕੁਮਾਰ ਜੀ ਲੱਗੇ ਹੋਏ ਸਨ ਜੋ ਬਾਅਦ ਵਿੱਚ ਇੰਟੈਲੀਜੈਂਸ ਵਿੱਚ ਦਿੱਲੀ ਚਲੇ ਗਏ ਸਨ। ਉਹਨਾਂ ਦੇ ਵੀ ਇਹਨਾਂ ਅਧਿਕਾਰੀਆਂ ਦੇ ਦਫ਼ਤਰ ਵੱਲੋਂ ਜਾਲੀ ਦਸਤਖਤ ਕੀਤੇ ਹੋਏ ਹਨ ਜੋ ਕਿ ਇੱਕ ਅਕਾਊਂਟ ਬ੍ਰਾਂਚ ਵਿੱਚ ਲੱਗੇ ਅਧਿਕਾਰੀ ਦੀ ਸਰਵਿਸ ਬੁੱਕ ਪਰ ਹਨ। ਨੰਬਰ 2, ਜੇ ਕੋਈ ਇਸ ਵਿੰਗ ਦਾ ਅਧਿਕਾਰੀ ਜਾਂ ਕਰਮਚਾਰੀ ਇਸ ਸੰਬੰਧੀ ਨੈਗੇਟਿਵ ਕਹਿੰਦਾ ਹੈ ਕਿ ਇਹ ਐਸੀ ਗੱਲ ਨਹੀਂ ਹੈ, ਉਸ ਅਧਿਕਾਰੀ ਨੂੰ ਤਲਬ ਕਰਕੇ 1986 ਦੇ ਭਰਤੀ ਜਿਹੜੇ ASI ਆਪਰੇਟਰ ਕੀਤੇ ਗਏ ਹਨ ਉਹਨਾਂ ਦਾ ਸਾਰਾ ਰਿਕਾਰਡ ਤਲਬ ਕੀਤਾ ਜਾਵੇ ਤਾਂ ਕਿ ਇਹ ਪਤਾ ਚੱਲ ਸਕੇ ਕਿ ਇਹਨਾਂ ਨੇ ਆਪਣੀ ਮੁੱਢਲੀ ਟ੍ਰੇਨਿੰਗ ਕੀਤੀ, ਇਹਨਾਂ ਦੀ ਯੋਗਤਾ ਕੀ ਸੀ, ਇਹਨਾਂ ਨੇ ਕਿੱਥੇ ਆਪਣੀ ਟ੍ਰੇਨਿੰਗ ਕੀਤੀ, ਇਹਨਾਂ ਦੀ ਉਮਰ ਕਿੰਨੀ ਸੀ, ਇਹਨਾਂ ਨੂੰ ਕਿਹੜੀ ਤਰੀਕ ਨੂੰ ਕਿੱਥੇ ਭਰਤੀ ਭੇਜਿਆ ਗਿਆ, ਇਹਦਾ ਸਾਰਾ ਰਿਕਾਰਡ ਤਲਬ ਕੀਤਾ ਜਾਵੇ ਕਿ ਇਹਨਾਂ ਨੇ ਕੀ ਕੁਝ ਕੀਤਾ ਇਸ ਮਹਿਕਮੇ ਦੇ ਵਿੱਚ। ਜਦ ਕਿ ਆਚਰਨ ਪੱਤਰੀਆਂ ਦੇ ਵਿੱਚ ਹੋਰ ਕੁਝ ਦਰਸਾਇਆ ਗਿਆ ਹੈ। ਜੋ ਅੱਜ ਕੱਲ੍ਹ ਇਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਣ ਉਹ ਜਾਲੀ ਰਿਕਾਰਡ ਦੇ ਆਧਾਰ 'ਤੇ ਤਰੱਕੀਆਂ ਦਿੱਤੀਆਂ ਜਾਂਦੀਆਂ ਹਨ। ਅਸਲ ਰਿਕਾਰਡ ਦੇ ਅਨੁਸਾਰ ਇੱਕ ਜੋ ਪੇ ਗ੍ਰੇਡ ਰਿਵਾਈਜ਼ 2006 ਦੇ ਵਿੱਚ ਹੋਏ ਸਨ ਉਹਦੇ ਵਿੱਚ ਅਸਲ ਤਰੀਕਾਂ ਦੇ ਨਾਲ ਤਨਖਾਹਾਂ 2007 ਨਾਲ ਮਿਲਦੀਆਂ ਸਨ, ਪਰੰਤੂ ਹੁਣ ਉਹ ਸਾਰੇ ਆਰਡਰ ਕੈਂਸਲ ਕਰ ਦਿੱਤੇ ਗਏ। ਜਿਹੜੀ ਹੋਂਦ ਸੀ ਇਸ ਮਹਿਕਮੇ ਦੀ ਮਿਟਾ ਕੇ ਨਵੇਂ ਦਸਤਾਂ ਦੇ ਵਿੱਚ ਉੱਪਰ ਤਿਆਰ ਰਿਕਾਰਡ ਕੀਤਾ ਗਿਆ। ਸਾਰੇ ਹੁਕਮ ਪਹਿਲੇ ਰੱਦ ਕਰ ਦਿੱਤੇ ਗਏ, ਆਪਣੀ ਹੀ ਵਿਧੀ ਨਾਲ ਨਵੇਂ ਨਿਯਮ ਬਣਾ ਲਏ ਗਏ। ਉਸ ਨਿਯਮ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਕਿਵੇਂ ਚੂਨਾ ਲੱਗ ਰਿਹਾ ਹੈ ਇਹਦਾ ਫਾਈਨੈਂਸ਼ੀਅਲ ਅਧਿਕਾਰੀ ਜੇ ਕੋਈ ਅਧਿਕਾਰੀ ਜਾਂਚ ਕਰੇਗਾ ਤਾਂ ਵੀ ਪਤਾ ਚੱਲ ਸਕੇਗਾ। ਪੁਲਿਸ ਨਾਲ ਸੰਬੰਧਿਤ ਅਧਿਕਾਰੀ ਇਸ ਫਰਾਡ ਨਾਲ ਜੋ ਇਹਦਾ ਫਰਾਡ ਦਾ ਸੰਬੰਧ ਹੈ ਸਿਰਫ ਪੁਲਿਸ ਅਧਿਕਾਰੀਆਂ ਦੇ ਨਾਲ ਤੇ ਕਰਮਚਾਰੀਆਂ ਤੇ ਅਮਲਾ ਸ਼ਾਖਾ ਦੇ ਨਾਲ ਹੈ। ਇਸ ਦੀ ਮੁਨਾਸਬ ਨਹੀਂ ਹੈ ਕਿ ਪੁਲਿਸ ਅਧਿਕਾਰੀ ਕਿਸੇ ਮਤਲਬ ਇਸ ਇਨਕੁਆਇਰੀ ਨੂੰ ਸਿਰੇ ਚਾੜ ਸਕਣ, ਕਿਉਂਕਿ ਇਹਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਹੈ। ਬਹੁਤ ਸੀਨੀਅਰ ਅਫਸਰਾਂ ਦਾ ਇਹਦੇ ਵਿੱਚ ਸਿੱਧਾ ਹੱਥ ਹੈ ਜਿਨ੍ਹਾਂ ਨੇ ਇਸ ਰਿਕਾਰਡ ਨੂੰ ਅੱਗੇ ਫਾਰਵਰਡ DGP ਸਾਹਿਬ ਨੂੰ ਕੀਤਾ ਹੈ। ਇੱਥੇ ਹੀ ਬਸ ਨਹੀਂ ਗੱਲ, ਜਦੋਂ 14/3/2008 ਨੂੰ ਸਰਦਾਰ ਮਨਤੀਰ ਸਿੰਘ ਨੇ ਮੈਨੂੰ ਆਪਣੇ ਦਫ਼ਤਰ ਬੁਲਾਇਆ ਸੀ ਤਾਂ ਉੱਥੇ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਆਪ ਦੀ ਜੇ ਮੁੱਢਲੀ ਟ੍ਰੇਨਿੰਗ ਨਿੱਲ ਹੈ ਨਹੀਂ ਕੀਤੀ ਤਾਂ ਆਪ ਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਇਹਦੀ DGP ਸਾਹਿਬ ਤੋਂ ਮਨਜ਼ੂਰੀ ਐਗਜ਼ੈਂਪਟ ਕਰਵਾ ਲਈ ਹੈ। ਮੈਂ ਉਹਨਾਂ ਨੂੰ ਉਸੇ ਵਕਤ ਕਿਹਾ ਕਿ ਅਸੀਂ ਤਾਂ ਮੁੱਢਲੀ ਟ੍ਰੇਨਿੰਗ ਕੀਤੀ ਹੋਈ ਹੈ, ਅਸੀਂ ਤਾਂ 6-6 ਮਹੀਨੇ ਦੇ ਸਾਰਾ ਅਸੀਂ ਲਾਏ ਹੋਏ ਹਨ ਅਤੇ ਸਾਡੀ ਨਿੱਲ ਕਿਵੇਂ ਕਰ ਲਈ, ਕਹਿੰਦੇ ਦਫ਼ਤਰ ਦੇ ਵਿੱਚ ਕੋਈ ਰਿਕਾਰਡ ਨਹੀਂ ਹੈ। ਇਹਨਾਂ ਨੇ ਯੋਗ ਤੋਂ ਯੋਗ ਕਰਮਚਾਰੀ ਕਰਨ ਲਈ ਅਤੇ ਅਯੋਗ ਕਰਮੀਆਂ ਨੂੰ ਯੋਗ ਕਰਮਚਾਰੀ ਲਈ ਸਾਰੇ ਦਸਤਾਵੇਜ਼ਾਂ ਦਾ ਨਵਾਂ ਰਿਕਾਰਡ ਤਿਆਰ ਕੀਤਾ ਗਿਆ ਹੈ ਤਾਂ ਕਿ ਜੋ ਸਰਕਾਰ ਵੱਲੋਂ ਜਾਂ ਇਸ ਦਫ਼ਤਰ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ 1999 ਦਾ ਐਫੀਡੈਵਿਟ ਸੁਨੀਲ ਕੁਮਾਰ ਪਟੀਸ਼ਨਰ ਦੀ ਪਾਈ ਪਟੀਸ਼ਨ ਦੇ ਸੰਬੰਧ ਵਿੱਚ ਦਿੱਤਾ ਸੀ, ਉਸ ਤੋਂ ਬਿਲਕੁਲ ਉਲਟ ਤਿਆਰ ਕਰਕੇ ਪੂਰੀ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸੁਨੀਲ ਕੁਮਾਰ ਪੁਰੀ ਅਤੇ ਉਹਦੇ ਸਾਥੀਆਂ ਨੂੰ ਦਫ਼ਤਰ ਦੇ ਵਿੱਚ OSI ਬ੍ਰਾਂਚ ਦੇ ਵਿੱਚ ਲਗਾਇਆ ਗਿਆ, ਜਿੱਥੇ ਉਹਨਾਂ ਨੇ ਆਪਣੀ ਮਰਜ਼ੀ ਦਾ ਰਿਕਾਰਡ ਤਿਆਰ ਕੀਤਾ ਹੈ। ਬਿਲਕੁਲ ਕਿਸੇ ਦੀ ਵੀ ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਹੈ ਕਿ ਰਿਕਾਰਡ ਨਹੀਂ ਬਦਲਿਆ ਗਿਆ। ਸਾਰੇ ਰਿਕਾਰਡ RTI ਐਕਟ ਦੇ ਤਹਿਤ ਅਵੇਲੇਬਲ ਹਨ। ਇਹਨਾਂ ਨੇ ਕਿਵੇਂ ਉਲੱਥਾ ਕਰ ਕਰਕੇ ਇਹੀ ਕਰਮਚਾਰੀ ਜੋ ਅਧਿਕਾਰੀ 110 ਨੰਬਰ ਕਮਰਾ ਵਿੱਚ ਲੱਗੇ ਹੋਏ ਹਨ, ਇਹਨਾਂ ਦੇ
3 ਦੇ ਵਿੱਚ ਐਫ ਲਿਸਟ ਮਾਨਯੋਗ DGP ਸਾਹਿਬ ਨੂੰ ਤਿਆਰ ਕਰਕੇ ਭੇਜੀ ਸੀ। ਉਸ ਟਾਈਮ सब इंस्पैक्टरां ਦੀਆਂ ਪ੍ਰਮੋਸ਼ਨਾਂ भी ਹੋਈਆਂ ਸਨ, जो कि ਇਹ ਟੀਮ ਦੇ ਮੈਂਬਰ ਸਨ सरदार ਮਲਵਿੰਦਰ ਸਿੰਘ ਸਿੱਧੂ, सरदार ਮਨਧੀਰ ਸਿੰਘ, सरदार ਜਗਜੀਤ ਸਿੰਘ ਗਿੱਲ। ਇਹ ਰਿਕਾਰਡ ਨੂੰ ਸਹੀ ਦਰਸਾਉਂਦੇ ਹੋਏ ਨੇ ਇਹ ਰਿਕਾਰਡ ਫਾਰਵਰਡ ਕੀਤਾ ਸੀ, ਜਿਹਦੇ ਨਾਲ ਸਹੀ ਤਨਖਾਹਾਂ ਟ੍ਰੈਜਰੀ ਦੇ ਵਿੱਚੋਂ ਸਰਕਾਰ ਦੇ ਖਜ਼ਾਨੇ ਵਿੱਚੋਂ ਨਿਕਲ ਰਹੀਆਂ ਸਨ। परंतु हुण यही अधिकारी उस रिकॉर्ड नूं गलत साबित करने लई सारा रिकॉर्ड चेंज करके नवें सिरे तो दुबारा मानयोग अदालत नूं एफीडेविट दे रहे हैं, जो कि सरासर शर्मसार करने वाली गल है। ये महकमे नूं कलंकित करने वाली गल है। इस विंग नूं किसी टाइम इस पंजाब पुलिस की रीढ़ की हड्डी समझा जाता सीगा। इस विच भर्ती कर्मचारियों का जिला पुलिस अधिकारियों वालों बहुत सत्कार किया जाता सी। हुण आप देख ही लीए भी आपने की जो कुछ कर रहे हैं। किते मोहाली दे विच जाली भर्ती का मुकदमा दर्ज, कदे चोरी का मुकदमा दर्ज, इस विंग विच पहला CBI वालों मुकदमा दर्ज, किते रिकवरियां, किते कुछ मंदा हाल है। इसकी इनकुआरी जांच कराई, 9 सैक्टर तो बाहर इनकुआरी कराई जाए। जो अधिकारी इस संबंधी आप गलत रिपोर्ट भेजता है उस अधिकारी नूं तलब करके 3 कर्मचारियों का रिकॉर्ड आपके दफ्तर मंगाया जाए, 1426, 1423 ते 1424 बैल्ट नंबर का, और उन्होंने सवाल पूछा जाए कि इन्हां दी जिहड़ी भर्ती तरीक आप नाल जिन्नियां तरक्कियां दे रहे हो या कोई होर बेनीफिट लै रहे हो बेनीफिट्स, कि इन्हां दे मुताबिक इन्हां दी तनख्वाह फिक्स कीतियां होईयां हन कि नहीं। जे तनख्वाह गलत हैं तां भी फ्रॉड है, जे तरीका गलत हैं तां भी फ्रॉड है। इन्हां ते बनदी कार्रवाई करके इन्हां तो रिकवरी की जाए पिछले समय तो, जे इन्हां ने पिछले समय तो जो भी इन्हां ने करतूत की है, इहदी जांच CBI तो जां होम डिपार्टमेंट की किसी इजाज़त एजेंसी तो होनी चाहिए है, ताकि सच का सच झूठ का झूठ सामने आ सके तो इन्हां दे खिलाफ बनदी कार्रवाई कर सके। वाहिगुरू जी का खालसा, वाहिगुरू जी की फतेह।